सिख कौम खून ਦੀਆਂ ਨੀਹਾਂ ਤੇ ਆਪਣੇ ਲਾਸਾਨੀ ਇਤਿਹਾਸ ਦੇ ਕਰਕੇ ਅੱਜ ਵੀ ਚੜ੍ਹਦੀ ਕਲਾ ਨਾਲ ਜ਼ਿੰਦਗੀ ਬਤੀਤ ਕਰ ਰਹੀ ਹੈ। ਇਹ ਉਹ ਇਤਿਹਾਸ ਹੈ ਜਿਸ ਨੇ ਸਿੱਖ ਕੌਮ ਦੀ ਅਣਖ ਨੂੰ ਜ਼ਾਲਮ ਦੀ ਜ਼ਬਰ ਦੇ ਸਾਹਮਣੇ ਹਮੇਸ਼ਾ ਕਾਇਮ ਰੱਖਿਆ। ਉਹ ਅਣਖ ਹੈ ਜਿਸ ਨੇ ਮੀਰ ਮਨੂ ਦੀ ਜੇਲ੍ਹ ਦੇ ਵਿੱਚ ਵੀ ਭਾਣਾ ਮੰਨਣ ਦਾ ਬਲ ਬਖਸ਼ਾਇਆ। ਇਹ ਉਹ ਅਣਖ ਹੈ ਜਿਸ ਨੇ ਵੱਡੇ ਘਲੂਘਾਰੇ ਦੇ ਵਿੱਚ ਤਤ ਖਾਲਸਾ ਸਹੁਰਿਓ ਗਇਓ ਸੋ ਖੋਟ ਗਵਾਈ ਦਾ ਨਾਰਾ ਲਗਾਇਆ। ਤੇ ਐਸੇ ਹੀ ਕੁਝ ਅਣਖਾਂ ਦੀ ਸੂਰਬੀਰਤਾ ਦੀ ਗਾਥਾ ਕਸ਼ਮੀਰ ਦੀ ਧਰਤੀ ਦੇ ਨਾਲ ਵੀ ਜੁੜੀ ਹੈ। ਕਸ਼ਮੀਰ ਦੇ ਸਿੱਖਾਂ ਨੇ ਵੀ ਇੱਕ ਐਸਾ ਖੂਨੀ ਸੰਤਾਪ ਹੰਢਾਇਆ ਹੈ ਜਿਸ ਨੇ ਕਸ਼ਮੀਰ ਦੀ ਆਉਣ ਵਾਲੀ ਸਿੱਖੀ ਦੀਆਂ ਨੀਹਾਂ ਨੂੰ ਬਰਕਰਾਰ ਕਰਕੇ ਰੱਖਿਆ ਹੈ। ਆਓ ਅੱਜ ਉਸੇ ਖੂਨੀ ਸੰਤਾਪ ਬਾਰੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ। ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਵਿਰਸਾ ਚੈਨਲ ਤੇ, ਜਿੱਥੇ ਤੁਸੀਂ ਅਲੱਗ-ਅਲੱਗ ਪ੍ਰਕਾਰ ਦੇ ਵਿਸ਼ਿਆਂ ਸੰਬੰਧੀ ਅਲੱਗ-ਅਲੱਗ ਪ੍ਰਕਾਰ ਦੀ ਵੀਡੀਓਜ਼ ਦੇਖਦੇ ਹੋ। ਤੇ ਇਸੇ ਸੰਬੰਧ ਵਿੱਚ ਅੱਜ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ। ਬਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सन 1947 ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਐਸਾ ਪੱਤਰਾ ਹੈ ਜਿੱਥੇ ਕਿਤੇ ਆਜ਼ਾਦੀ ਦੀ ਖੁਸ਼ੀ ਹੈ ਤੇ ਕਿਤੇ ਆਜ਼ਾਦੀ ਦੇ ਉਸ ਦਰਦ ਦੀ ਪੀੜ ਵੀ ਹੈ, ਜਿਸ ਦੀ ਪੀੜ ਹਜੇ ਵੀ ਪੰਜਾਬ ਤੇ ਪੰਜਾਬੀਅਤ ਦੇ ਨਾਲ ਖਾਸ ਕਰਕੇ ਸਿੱਖਾਂ ਤੇ ਹਿੰਦੂਆਂ ਮੁਸਲਮਾਨਾਂ ਹਰ ਕਿਸੇ ਤੋਂ ਸਤਾਉਂਦੀ ਹੈ। ਕੋਈ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤੇ ਕੋਈ ਆਪਣਿਆਂ ਤੋਂ ਵਿਛੜਨ ਦਾ ਦੁੱਖ ਮਨਾ ਰਿਹਾ ਸੀ। ਪੰਜਾਬ, ਪੰਜਾਬੀਅਤ, ਇਨਸਾਨੀਅਤ ਤੇ ਹੋਏ ਇਸ ਹੱਤਿਆਕਾਂਡ ਦਾ ਇਹ ਦਰਦ ਹਾਲੇ ਬਰਕਰਾਰ ਹੀ ਸੀ ਤੇ ਇਹ ਹਿੰਦੁਸਤਾਨ ਦਾ ਦੇਸ਼ ਹਾਲੇ ਆਪਣੇ ਪਰ ਜੋਬਨ ਤੇ ਹੀ ਸੀ ਕਿ ਇੱਕ ਹੋਰ ਖੂਨੀ ਤੂਫਾਨ ਨੇ ਆਪਣਾ ਰੁਖ ਕਸ਼ਮੀਰ ਵੱਲ ਨੂੰ ਕਰ ਦਿੱਤਾ। ਜਿੱਥੇ ਹਿੰਦੁਸਤਾਨ ਤੇ ਪਾਕਿਸਤਾਨ ਆਪਣੀ ਆਜ਼ਾਦੀ ਦਾ ਨਿੱਕ ਮਾਣ ਰਹੇ ਸਨ, ਉੱਥੇ ਕਸ਼ਮੀਰ ਹਜੇ ਵੀ ਮਹਾਰਾਜਾ ਸ਼ਾਸਨ ਦੇ ਹੇਠ ਚੱਲ ਰਿਹਾ ਸੀ। ਦਰਅਸਲ ਜਦੋਂ ਗੋਰਿਆਂ ਨੇ ਇਹ ਤਜਵੀਜ਼ ਪੇਸ਼ ਕੀਤੀ ਕਿ ਉਹ ਇਸ ਮੁਲਕ ਨੂੰ ਛੱਡ ਜਾਣਗੇ ਤੇ ਜਿਹੜੇ ਮਹਾਰਾਜਾ ਸ਼ਾਸਨ ਦੇਸ਼ ਸਨ ਉਹਨਾਂ ਦੇ ਵਿੱਚ ਕਸ਼ਮੀਰ, ਹੈਦਰਾਬਾਦ, ਐਸੇ ਅਨੇਕਾਂ ਹੀ ਹੋਰ ਰਾਜੇ ਸਨ ਜੋ ਮਹਾਰਾਜਾ ਦੇ ਸ਼ਾਸਕਾਂ ਹੇਠ ਚੱਲਦੇ ਸਨ। ਉਹਨਾਂ ਦੇ ਸਾਹਮਣੇ ਇਹ ਪੇਸ਼ਗੋਈ ਰੱਖੀ ਗਈ ਸੀ ਕਿ ਜਾਂ ਤਾਂ ਤੁਸੀਂ ਹਿੰਦੁਸਤਾਨ ਨਾਲ ਮਿਲ ਜਾਵੋ, ਜਾਂ ਤਾਂ ਤੁਸੀਂ ਆਪਣੀ ਗੰਢ ਪਾਕਿਸਤਾਨ ਨਾਲ ਰੱਖ ਲਵੋ, ਜਾਂ ਤਾਂ ਤੁਸੀਂ ਇੰਡੀਪੈਂਡੈਂਟ ਯਾਨੀ ਕਿ ਆਜ਼ਾਦ ਰਹਿ ਸਕਦੇ ਹੋ। ਇਸੇ ਤਸਵੀਰ ਦੇ ਵਿੱਚ ਕਈ ਮੁਲਕ ਹਿੰਦੁਸਤਾਨ ਨਾਲ ਜੁੜ ਗਏ, ਕਈ ਪਾਕਿਸਤਾਨ ਨਾਲ ਜੁੜ ਗਏ ਤੇ ਉਸ ਸਮੇਂ ਕਸ਼ਮੀਰ ਦੇ ਡੋਗਰਾ ਸ਼ਾਸਕ ਮਹਾਰਾਜਾ ਹਰੀ ਸਿੰਘ ਨੇ ਆਜ਼ਾਦ ਰਹਿਣ ਦਾ ਜਿਹੜਾ ਹੈ ਉਹ ਨਿਰਣਾ ਲੈ ਲਿਆ ਕਿ ਕਸ਼ਮੀਰ ਇੱਕ ਇੰਡੀਪੈਂਡੈਂਟ ਸਟੇਟ ਦੇ ਤੌਰ ਤੇ ਹੀ ਕੰਮ ਕਰੇਗੀ। ਕਸ਼ਮੀਰ ਦਾ ਇਹ ਡੋਗਰਾ ਸ਼ਾਸਕ ਵੀ ਸਿੱਖਾਂ ਦੇ ਇਤਿਹਾਸ ਦੇ ਨਾਲ ਭਰਪੂਰ ਭਰਿਆ ਪਿਆ ਹੈ। ਇੱਕ ਲੰਬੇਰਾ ਇਤਿਹਾਸ ਹੈਗਾ ਆ। ਜੇ ਆਪ ਜੀ ਸ਼ਾਰਟ ਦੇ ਵਿੱਚ ਦੱਸ ਦਈਏ, ਕਸ਼ਮੀਰ ਦੇ ਵਿੱਚ ਪਹਿਲਾਂ ਅਫਗਾਨ ਸ਼ਾਸਕਾਂ ਦਾ ਰਾਜ ਸੀ ਜਿਸ ਨੂੰ ਕਿ 1817 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੌਰਾਨ ਸਿੱਖ ਰਾਜ ਦੀ ਇੱਕ ਉਮਤੀ ਵਾਲਾ ਦੇਸ਼ ਕਸ਼ਮੀਰ ਬਣਿਆ, ਜਿਹਦੇ ਵਿੱਚ ਗਵਰਨਰ ਮਹਾਰਾਜਾ ਹਰੀ ਸਿੰਘ ਨਲਵਾ ਦਾ ਇੱਕ ਖਾਸ ਕਰਕੇ ਜ਼ਿਕਰ ਆਉਂਦਾ ਹੈ। ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਧੋਖੇਬਾਜ਼ ਡੋਗਰਾ ਸ਼ਾਸਕ ਮਹਾਰਾਜਾ ਗੁਲਾਬ ਸਿੰਘ ਨੇ ਕਸ਼ਮੀਰ ਨੂੰ ਖਰੀਦ ਲਿਆ ਤੇ ਧੋਖੇਬਾਜ਼ੀ ਨਾਲ ਕਸ਼ਮੀਰ ਦੇ ਵਿੱਚ ਸਿੱਖੀ ਰਾਜ ਨੂੰ ਡੋਗਰਾ ਰਾਜ ਦੇ ਵਿੱਚ ਬਦਲ ਗਿਆ ਤੇ ਉਸ ਸਮੇਂ ਤੋਂ ਹੀ ਡੋਗਰਾ ਰਾਜ ਦਾ ਪ੍ਰਸ਼ਾਸਕ ਜਿਹੜਾ ਹੈ ਉਹ ਕਸ਼ਮੀਰ ਦੇ ਵਿੱਚ ਚੱਲਦਾ ਆ ਰਿਹਾ ਸੀ। ਸਦੀਆਂ ਤੋਂ ਇਹ ਚੱਲਦਾ ਆ ਕੇ ਮਹਾਰਾਜਾ ਹਰੀ ਸਿੰਘ ਦੀ ਜਦੋਂ ਵਾਰੀ ਆਈ ਉਸ ਸਮੇਂ ਹੀ ਦੇਸ਼ ਦੇ ਟੁਕੜੇ ਕੀਤੇ ਗਏ। ਹੁਣ ਇਸ ਸਿਆਸਤ ਦੀ ਰੰਜਿਸ਼ ਦੇ ਵਿੱਚ ਦੋਹਾਂ ਦੇਸ਼ ਇਹ ਚਾਹੁੰਦੇ ਸਨ ਕਿ ਜ਼ਿਆਦਾ ਤੋਂ ਜ਼ਿਆਦਾ ਰਿਆਸਤਾਂ ਜਿਹੜੀਆਂ ਨੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਆ ਜਾਵੇ। ਹਿੰਦੁਸਤਾਨ ਤੇ ਪਾਕਿਸਤਾਨ ਉਹਨਾਂ ਦੀ ਦੋਹਾਂ ਦੀ ਨਜ਼ਰ ਜਿਹੜੀ ਕਸ਼ਮੀਰ ਤੇ ਬਣੀ ਹੋਈ ਸੀ, ਕਿਉਂਕਿ ਕਸ਼ਮੀਰ ਇੱਕ ਉਮਤੀ ਵਾਲਾ ਇਲਾਕਾ ਸੀ। ਕਸ਼ਮੀਰ ਦੇ ਵਿੱਚ ਹਰ ਫਿਰਕੇ ਦੇ ਲੋਕ, ਭਾਵੇਂ ਉਹ ਕਸ਼ਮੀਰੀ ਪੰਡਤ ਹੋਣ ਉਸ ਸਮੇਂ, ਮੁਸਲਮਾਨ ਆਬਾਦੀ ਹੋਵੇ ਜਾਂ ਸਿੱਖ ਹੋਣ, ਉਹ ਸਾਰੇ ਰਹਿੰਦੇ ਸਨ। ਕਸ਼ਮੀਰ ਦਾ ਇੰਡਸਟਰੀਅਲ ਸਟਰਕਚਰ ਵੀ ਵਧੀਆ ਸੀ। ਕਸ਼ਮੀਰੀ ਪੰਡਤ ਜਿਨ੍ਹਾਂ ਨੂੰ ਵਿਦਿਆ ਦੇ ਵਿੱਚ ਬਹੁਤ ਮਹਾਰਤ ਹਾਸਲ ਸੀ ਤੇ ਇਸ ਤਰ੍ਹਾਂ ਬਹੁਤ ਕੁਝ ਕਾਰਜ ਜਿਹੜੇ ਨੇ ਕਸ਼ਮੀਰ ਦੀ ਰਿਆਸਤ ਵਿੱਚ ਹੋ ਸਕਦਾ ਸੀ। ਪਰ ਉਸ ਸਮੇਂ ਸਿਆਸਤ ਦੀ ਇਸ ਆਪਸੀ ਰੰਜਿਸ਼ ਦੇ ਵਿੱਚ ਕਸ਼ਮੀਰ ਦੇ ਸਿੱਖਾਂ ਨੂੰ ਇੱਕ ਭਾਰੀ ਸੰਤਾਪ ਝੱਲਣਾ ਪੈ ਗਿਆ।
ਪਾਕਿਸਤਾਨ ਨੇ ਆਪਣੇ ਭੈੜੇ ਮਨਸੂਬਿਆਂ ਨੂੰ ਪੂਰਨ ਕਰਨ ਦੇ ਲਈ ਤੇ ਕਸ਼ਮੀਰ ਨੂੰ ਆਪਣੇ ਹਿੱਸੇ ਮਿਲਾਉਣ ਦੇ ਲਈ ਕਬਾਲੀਆਂ ਨੂੰ ਕਸ਼ਮੀਰ ਦੀ ਧਰਤੀ ਦੇ ਵਿੱਚ ਭੇਜਿਆ। ਇੱਕ ਸਵਾਲ ਇੱਥੇ ਹਮੇਸ਼ਾ ਇਹ ਵੀ ਆਉਂਦਾ ਹੈ ਕਿ ਜਦੋਂ ਮਹਾਰਾਜਾ ਹਰੀ ਸਿੰਘ ਨੇ ਆਜ਼ਾਦ ਰਿਆਸਤ ਰਹਿਣ ਦਾ ਫੈਸਲਾ ਕਰ ਲਿਆ ਸੀ ਤਾਂ ਉਸ ਸਮੇਂ ਉਹਨਾਂ ਨੇ ਹਰ ਚੀਜ਼ ਨੂੰ ਵੇਖ ਕੇ ਹੀ ਇਸ ਫੈਸਲੇ ਨੂੰ ਅਪਣਾਇਆ ਸੀ ਕਿ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੀ ਆਤਮ ਰੱਖਿਆ, ਉਹਨਾਂ ਦੀ ਡਿਫੈਂਸ ਸਿਸਟਮ ਕਿਤਨਾ ਕੁ ਵਧੀਆ ਹੈਗਾ ਆ ਜਿਸ ਦੇ ਨਾਲ ਉਹ ਬਾਹਰਲੇ ਹਮਲਿਆਂ ਤੋਂ ਬਚ ਸਕਦੇ ਹਨ। ਪਰ ਇਹ ਸਭ ਦੇ ਬਾਵਜੂਦ ਵੀ ਕਬਾਲੀ ਜਿਹੜੇ ਨੇ ਉਹ ਕਸ਼ਮੀਰ ਦੀ ਧਰਤੀ ਦੇ ਵਿੱਚ ਆ ਗਏ ਤੇ ਕਸ਼ਮੀਰ ਦੀ ਧਰਤੀ ਦੇ ਵਿੱਚ ਉਹਨਾਂ ਨੇ ਖੂਨ ਦਾ ਇੱਕ ਐਸਾ ਮੰਜ਼ਰ ਬਣਾਇਆ ਜੋ ਅੱਜ ਤੱਕ ਕਸ਼ਮੀਰ ਦੇ ਸਿੱਖ ਆਪਣੇ ਦਿਲ ਦੇ ਵਿੱਚ ਸਮਾਈ ਬੈਠੇ ਨੇ। ਕਬਾਲੀ ਜੋ ਕਿ ਖੈਬਰ ਪਖਤੂਨ ਇਲਾਕੇ ਦੇ ਉਹ ਦਹਿਸ਼ਤਗਰਦ ਸਨ ਜਿਨ੍ਹਾਂ ਦਾ ਕੰਮ ਕੇਵਲ ਕਤਲੋਗਾਰਤ, ਲੁੱਟਮਾਰ ਤੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਲੁੱਟਣਾ ਹੁੰਦਾ ਸੀਗਾ। ਇਹ ਕਬਾਲੀ ਮੁਜ਼ੱਫਰਾਬਾਦ ਦੇ ਰਸਤਿਓਂ ਅੰਦਰ ਆਏ ਕਿਉਂਕਿ ਉਸ ਸਮੇਂ ਜੋ ਮੁਜ਼ੱਫਰਾਬਾਦ ਸੀਗਾ ਉਹ ਕਸ਼ਮੀਰ ਦੇ ਨਾਲ ਸੀ, ਜਿਹੜਾ ਕਿ ਅੱਜ ਆਜ਼ਾਦ ਕਸ਼ਮੀਰ ਜਾਂ POK ਦੇ ਨਾਮ ਨਾਲ ਵੀ ਜਾਣਿਆ ਜਾਂਦਾ ਆ। ਉਧਰੋਂ ਇਹ ਕਬਾਲੀ ਅੰਦਰ ਆਏ। ਇਤਿਹਾਸਕਾਰਾਂ ਦੇ ਮੰਨ ਕੇ ਚੱਲੀਏ ਤਾਂ ਉਸ ਸਮੇਂ ਮੁਜ਼ੱਫਰਾਬਾਦ ਦੇ ਇਕੱਲੇ ਦੇ ਵਿੱਚ ਹੀ 30,000 ਤੋਂ ਵੱਧ ਸਿੱਖ ਰਹਿੰਦੇ ਸਨ ਕਿਉਂਕਿ ਇਸ ਮੁਜ਼ੱਫਰਾਬਾਦ ਤੋਂ ਹੀ ਕਈ ਸਿੱਖ ਇਤਿਹਾਸਕਾਰ, ਫਿਲਾਸਫਰਾਂ ਨੇ ਜਨਮ ਲਿਆ। ਅਕਾਲੀ ਕੌਰ ਸਿੰਘ ਉਹਨਾਂ ਦੇ ਵਿੱਚੋਂ ਇੱਕ ਨਾਮ ਗਿਣਿਆ ਜਾਂਦਾ ਹੈ। ਜਿਸ ਤਰ੍ਹਾਂ ਹੀ ਇਹ ਕਬਾਲੀ ਮੁਜ਼ੱਫਰਾਬਾਦ ਦੇ ਰਸਤਿਓਂ ਕਸ਼ਮੀਰ ਦੇ ਅੰਦਰ ਦਾਖਲ ਹੋਏ, ਖੂਨ ਦੀਆਂ ਨਦੀਆਂ ਵਹਿਣੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਕੋਈ ਤਕਨੀਕੀ ਸਾਧਨ ਜਾਂ ਕਿਸੇ ਹੋਰ ਇਨਫੋਰਮੇਸ਼ਨ ਦੇ ਸਾਧਨ ਦਾ ਨਾ ਹੋਣ ਕਰਕੇ ਸਿੱਖ ਇਸ ਹਮਲੇ ਦਾ ਸ਼ਿਕਾਰ ਹੋ ਗਏ। ਬਸ ਫਿਰ ਕੀ ਸੀ, ਇਹਨਾਂ ਕਬਾਲੀਆਂ ਨੇ ਖੂਨ ਦਾ ਇੱਕ ਐਸਾ ਤਾਂਡਵ ਕਸ਼ਮੀਰ ਦੀ ਧਰਤੀ ਦੇ ਵਿੱਚ ਵਜਾਇਆ ਜਿਹਦੇ ਵਿੱਚ ਬੱਚਾ, ਬਜ਼ੁਰਗ, ਮਰਦ, ਔਰਤ ਭਾਵੇਂ ਕੋਈ ਵੀ ਹੋਵੇ ਉਹਨਾਂ ਨੂੰ ਇਹ ਕਤਲ ਕਰ ਦਿੰਦੇ ਸਨ। ਹਜ਼ਾਰਾਂ ਵਿੱਚ ਸਿੰਘ ਸਿੰਘਣੀਆਂ ਨੂੰ ਕਤਲ ਕਰ ਦਿੱਤਾ ਗਿਆ, ਬਹੁਗਿਣਤੀ ਬੱਚੀਆਂ ਤੇ ਔਰਤਾਂ ਨੂੰ ਬੇਪਤ ਕਰ ਦਿੱਤਾ ਗਿਆ ਅਤੇ ਇਸ ਖੂਨੀ ਸੰਤਾਪ ਦਾ ਇੱਕ ਹੋਰ ਵੀ ਸਿੱਟਾ ਨਿਕਲਿਆ ਕਿ ਹਜ਼ਾਰਾਂ ਪਰਿਵਾਰਾਂ ਨੂੰ ਇੱਕ ਵਾਰ ਫਿਰ ਤੋਂ ਆਪਣੇ ਹੀ ਮੁਲਕ ਦੇ ਵਿੱਚ ਫਿਰ ਤੋਂ ਬੇਗਾਨਿਆਂ ਵੱਲੋਂ ਰਹਿਣਾ ਪੈ ਗਿਆ, ਆਪਣੇ ਘਰ-ਬਾਰਾਂ ਨੂੰ ਤਿਆਗ ਕੇ ਨਿਕਲਣਾ ਪੈ ਗਿਆ। ਇਤਿਹਾਸਕਾਰਾਂ ਦੀ ਮੰਨ ਕੇ ਚੱਲੀਏ ਤਾਂ ਉਸ ਸਮੇਂ ਇਕੱਲੇ ਮੁਜ਼ੱਫਰਾਬਾਦ ਦੇ ਵਿੱਚ ਹੀ 20,000 ਤੋਂ ਵੱਧ ਸਿੰਘ ਸਿੰਘਣੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹਨਾਂ ਕਬਾਲੀਆਂ ਨੇ ਕਸ਼ਮੀਰ ਦੇ ਬਾਰਾਮੂਲਾ ਅਤੇ ਬਡਗਾਮ ਦੇ ਪਿੰਡਾਂ ਵੱਲ ਦਾ ਰੁਖ ਕੀਤਾ, ਜਿੱਥੇ ਜ਼ਿਕਰਯੋਗ ਹੈ ਵਾਮਪੁਰਾ, ਰਫੀਆਬਾਦ ਦਾ ਪੂਰਾ ਇਲਾਕਾ, ਚੰਦੂਸਾ, ਟੰਗਾਮੁਲਾ, ਬੇਰਵਾ, ਅਤਨਾ, ਹਿਸ਼ਾਮਾ। ਇਹ ਐਸੇ ਕੁਝ ਪਿੰਡ ਨੇ ਜਿੱਥੇ ਕਿ ਇਹਨਾਂ ਕਬਾਲੀਆਂ ਨੇ ਮਾਸੂਮ ਨਿਰਦੋਸ਼ ਸਿੰਘ ਸਿੰਘਣੀਆਂ ਨੂੰ ਕਤਲ ਕਰ ਦਿੱਤਾ। ਹਾਲਾਤ ਇੱਥੋਂ ਤੱਕ ਬੱਤਰ ਹੋ ਗਏ ਕਿ ਉਸ ਸਮੇਂ ਸਿੰਘਾਂ ਨੂੰ ਮਜਬੂਰਨ ਆਪਣੀ ਧੀਆਂ, ਆਪਣੀਆਂ ਔਰਤਾਂ ਦਾ ਕਤਲ ਆਪਣੇ ਹੱਥੀਂ ਕਰਨਾ ਪਿਆ। ਕਈਆਂ ਨੂੰ ਜਹਿਲਮ ਦੇ ਵਗਦੇ ਪਾਣੀ ਦੇ ਵਿੱਚ ਆਪ ਆਪਣੇ ਹੱਥੀਂ ਸੁੱਟਣਾ ਪਿਆ। ਪਰ ਇਸ ਸਮੇਂ ਦੇ ਵਿੱਚ ਵੀ ਕਈਆਂ ਸਿੰਘਾਂ ਨੇ ਇਹਨਾਂ ਕਬਾੜੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ। ਵਾਮਪੁਰੇ ਦੀ ਕਹਾਣੀ ਹਮੇਸ਼ਾ ਜ਼ਿਕਰਯੋਗ ਹੈ ਕਸ਼ਮੀਰ ਦੇ ਵਿੱਚ, ਜਿੱਥੋਂ ਦੀ ਰਹਿਣ ਵਾਲੀ ਇੱਕ ਬੀਬੀ ਨੇ ਚਮਕੌਰ ਦੀ ਗੜੀ ਦੀ ਬੀਬੀ ਹਰਸ਼ਰਨ ਕੌਰ ਵਾਂਗੂ ਸ਼ਹਾਦਤ ਦਾ ਜਾਮ ਪੀਤਾ। ਜਦੋਂ ਵਾਮਪੁਰਾ ਪਿੰਡ ਦੇ ਵਿੱਚ ਕਤਲੇਆਮ ਦਾ ਪੂਰਾ ਸਿਲਸਿਲਾ ਹੋਇਆ ਤਾਂ ਇੱਕ ਬੀਬੀ ਨੇ ਉਹਨਾਂ ਲੋਥਾਂ ਨੂੰ ਇਕੱਠਾ ਕਰਕੇ ਸੰਸਕਾਰ ਕਰਨ ਦਾ ਮਨਸੂਬਾ ਬਣਾਇਆ। ਉਹ ਆਪਣੇ ਕਾਰਜ ਨੂੰ ਅੱਗੇ ਵਧਾ ਹੀ ਰਹੀ ਸੀ ਕਿ ਇਤਨੇ ਨੂੰ ਕਬਾਲੀ ਆ ਕੇ ਜੋ ਉਸ ਨੂੰ ਆਪਣੇ ਨਾਲ ਲਿਜਾਉਣ ਦੀਆਂ ਧਮਕੀਆਂ ਦੇਣ ਲੱਗੇ, ਉਹਨੂੰ ਬੇਪਤ ਕਰਨ ਦੀ ਧਮਕੀਆਂ ਦੇਣ ਲੱਗੇ ਤੇ ਉਹਨੂੰ ਕਹਿਣ ਲੱਗੇ ਵੀ ਤੂੰ ਸਾਡੇ ਨਾਲ ਚੱਲ, ਨਹੀਂ ਤਾਂ ਤੇਰਾ ਵੀ ਇਸ ਤਰ੍ਹਾਂ ਹੀ ਹਾਲ ਕਰ ਦਿਆਂਗੇ। ਬੀਬੀ ਨੇ ਸੋਚ ਸਮਝ ਕੇ ਇੱਕ ਫੈਸਲਾ ਲੈ ਲਿਆ ਤੇ ਉਹਨਾਂ ਕਬਾਲੀਆਂ ਨੂੰ ਕਹਿ ਲਿਆ ਵੀ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ, ਪਰ ਤੁਸੀਂ ਸਿਰਫ ਇੱਕ ਕੰਮ ਮੇਰਾ ਕਰਨਾ ਹੈ ਕਿ ਅਸੀਂ ਇਹ ਸਾਰੀਆਂ ਲੋਥਾਂ ਨੂੰ ਇਕੱਠਾ ਕਰਨਾ ਹੈ, ਇਕੱਠਾ ਕਰਕੇ ਇਹਦਾ ਸਤਿਕਾਰ ਕਰਨਾ ਹੈ, ਚੰਗੇ ਤਰੀਕੇ ਦੇ ਨਾਲ ਸਤਿਕਾਰ ਸਹਿਤ ਦਾ ਇਹਨਾਂ ਸਾਰਿਆਂ ਦਾ ਸੰਸਕਾਰ ਕਰਨਾ ਹੈ ਤੇ ਫਿਰ ਮੈਂ ਖੁਸ਼ੀ-ਖੁਸ਼ੀ ਤੁਹਾਡੇ ਨਾਲ ਚਲੇ ਜਾਵਾਂਗੀ। ਇੰਝ ਹੀ ਹੋਇਆ। ਉਹਨਾਂ ਕਬਾਲੀਆਂ ਨੇ ਅੰਗੀਠਾ ਵੀ ਤਿਆਰ ਕੀਤਾ, ਲੋਥਾਂ ਨੂੰ ਇਕੱਠਾ ਕੀਤਾ, ਉਹਦਾ ਸੰਸਕਾਰ ਕੀਤਾ ਤੇ ਜਦੋਂ ਸੰਸਕਾਰ ਦੀ ਅੱਗ ਵਲੀ ਉਸ ਬੀਬੀ ਨੇ ਜਕਾਰਾ ਲਗਾ ਕੇ ਉਸ ਅੱਗ ਦੇ ਵਿੱਚ ਹੀ ਛਾਲ ਮਾਰ ਕੇ ਆਪਣੀ ਸ਼ਹਾਦਤ ਦਾ ਜਾਮ ਪੀ ਲਿਆ। ਹੁਣ ਜਦੋਂ ਹਾਲਾਤ ਬਦ ਤੋਂ ਬੱਤਰ ਹੁੰਦੇ ਗਏ, ਉਸ ਸਮੇਂ ਕਈਆਂ ਸਿੰਘਾਂ ਨੇ ਇਹ ਮਤਾ ਬਣਾਇਆ ਕਿ ਜਲਦ ਤੋਂ ਜਲਦ ਸ਼੍ਰੀਨਗਰ ਜਾਂ ਹੋਰ ਸੁਰੱਖਿਅਤ ਥਾਵਾਂ ਤੇ ਪੁੱਜਿਆ ਜਾਵੇ। ਇੰਝ ਹੀ ਹੋਇਆ। ਸਿੰਘਾਂ ਨੇ ਆਪਣੇ ਵਹੀਰ ਬਣਾ ਕੇ ਜਾਂ ਕਾਫਲੇ ਬਣਾ ਕੇ ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਨੂੰ ਰੁਖ ਕੀਤਾ ਜਾਂ ਫਿਰ ਹੋਰ ਕਸ਼ਮੀਰ ਤੋਂ ਬਾਹਰ ਦੇ ਇਲਾਕੇ ਜਿਵੇਂ ਜੰਮੂ, ਦਿੱਲੀ, ਪੰਜਾਬ ਵਗੈਰਾ ਵੱਲ ਰੁਖ ਕੀਤਾ।
ਪਰ ਇਹਨਾਂ ਵਿੱਚੋਂ ਵੀ ਕਈਆਂ ਨੂੰ ਹੀ ਰਸਤੇ ਦੇ ਵਿੱਚ ਬੇਰਹਿਮੀ ਨਾਲ ਮਾਰਿਆ ਗਿਆ। ਇਸ ਤਰ੍ਹਾਂ ਦੀ ਇੱਕ ਘਟਨਾ ਸੋਪੁਰ ਦੇ ਵਿੱਚ ਛੂਰਾ ਇਲਾਕੇ ਕੋਲ ਮਿਲਦੀ ਹੈ, ਜਿੱਥੇ ਕਿ ਕੁਝ ਸਿੰਘ ਜਦੋਂ ਸ਼੍ਰੀਨਗਰ ਵੱਲ ਦਾ ਰੁਖ ਕਰ ਰਹੇ ਸਨ ਤਾਂ ਪਿੱਛੋਂ ਦੀ ਜਦੋਂ ਕਬਾਲੀਆਂ ਨੇ ਹਮਲਾ ਕਰ ਦਿੱਤਾ ਤਾਂ ਉਹਨਾਂ ਦੀਆਂ ਗਰਦਨਾਂ ਨੂੰ ਉਹਨਾਂ ਦੇ ਧੜਾਂ ਤੋਂ ਅਲੱਗ ਕਰਕੇ ਰੁੱਖਾਂ ਦੇ ਨਾਲ ਵੰਡ ਦਿੱਤਾ ਗਿਆ। ਡਾਕਟਰ ਸੁਖਪ੍ਰੀਤ ਸਿੰਘ ਅਦੋਕੇ ਜੋ ਕਿ ਸਿੱਖ ਪੰਥ ਦੇ ਇੱਕ ਮਹਾਨ ਇਤਿਹਾਸਕਾਰ ਤੇ ਫਿਲਾਸਫਰ ਨੇ, ਉਹਨਾਂ ਨੇ ਵੀ ਇਸ ਵਿਸ਼ੇ ਤੇ ਇੱਕ ਬਹੁਤ ਵੱਡਾ ਪ੍ਰੋਜੈਕਟ ਸੰਤਾਪ 1947 ਬਣਾਇਆ ਹੈ। ਤੇ ਜਦੋਂ ਉਹ ਇਸ ਪ੍ਰੋਜੈਕਟ ਨੂੰ ਚਲਾ ਰਹੇ ਸਨ, ਉਹ ਜਦੋਂ ਸ਼ੂਰਾ ਦੀ ਧਰਤੀ ਤੇ ਗਏ ਤਾਂ ਉਸ ਸਮੇਂ ਜਿਸ ਸਥਾਨ ਤੇ ਇਹ ਭਾਣਾ ਵਾਪਰਿਆ ਸੀ, ਨਜ਼ਦੀਕੀ ਲੋਕਾਂ ਤੋਂ ਇਹ ਪਤਾ ਲੱਗਿਆ ਸੀ ਕਿ ਜਦੋਂ ਵੀ ਆਪਾਂ ਇੱਥੇ ਖੁਦਾਈ ਕਰਦੇ ਹਾਂ ਤਾਂ ਕੁਝ ਨਾ ਕੁਝ ਹੱਡੀਆਂ ਜਾਂ ਬਾਲ ਜਿਹੜੇ ਨੇ ਉਹ ਹਮੇਸ਼ਾ ਨਿਕਲਦੇ ਨੇ, ਕੇਸਾਂ ਦੇ ਗੁੱਫੇ ਜਿਹੜੇ ਨੇ ਉਹ ਨਿਕਲਦੇ ਨੇ। ਉਸ ਤਰ੍ਹਾਂ ਹੀ ਡਾਕਟਰ ਸੁਖਪ੍ਰੀਤ ਸਿੰਘ ਅਦੋਕੇ ਨੇ ਵੀ ਆਪਣੀ ਖੁਦਾਈ ਦੇ ਦੌਰਾਨ ਐਸੀ ਹੱਡੀਆਂ ਜਾਂ ਕੇਸਾਂ ਦੇ ਗੱਫਿਆਂ ਨੂੰ ਪਾਇਆ ਜੋ ਕਿ ਸ਼ੂਰਾ ਦੀ ਉਸ ਧਰਤੀ ਤੇ ਹੈ। ਤਕਰੀਬਨ ਅੱਧੇ ਤੋਂ ਜ਼ਿਆਦਾ ਕਸ਼ਮੀਰ ਕਬਾਲੀਆਂ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ ਸੀ। ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਜ਼ਰੂਰ ਹੈ, ਕਬਾਲੀ ਜਦੋਂ ਪਾਕਿਸਤਾਨ ਤੋਂ ਤਰੇ ਸਨ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਵੀ ਆਪਾਂ ਇੱਕਦਮ ਹਮਲਾ ਕਰਕੇ ਸਿੱਖਾਂ ਨੂੰ ਮਾਰ ਦੇਵਾਂਗੇ ਤੇ ਸਾਰਾ ਕਸ਼ਮੀਰ ਉਹਨਾਂ ਦੇ ਕਬਜ਼ੇ ਵਿੱਚ ਆ ਜਾਵੇਗਾ ਕੇਵਲ 2 ਦਿਨਾਂ ਦੇ ਵਿੱਚ। ਆਪਣੇ ਇਸ ਮਨਸੂਬੇ ਨੂੰ ਪੂਰਾ ਕਰਨ ਦੇ ਲਈ ਹੀ ਉਹਨਾਂ ਨੇ ਇਤਨੀ ਵੱਡੀ ਤਾਕਤ ਦੇ ਵਿੱਚ ਜਿਨ੍ਹਾਂ ਦਾ ਪਿੱਛੋਂ ਬਲ ਪਾਕਿਸਤਾਨ ਦੀ ਜਿਹੜੀ ਫੌਜ ਸੀਗੀ ਉਹ ਵੀ ਦੇ ਰਹੀ ਸੀ। ਪਰ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ, ਉਸ ਸਮੇਂ ਇੱਕ ਵੱਡਾ ਕਿਰਦਾਰ ਸਿੱਖਾਂ ਨੇ ਨਿਭਾਇਆ ਹੈ। ਸਿੱਖਾਂ ਨੇ ਆਪਣੇ ਇਸ ਸਥਾਨ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ। ਸਿੱਖ ਕੌਮ ਦੇ ਇਸ ਦਾਪਤੇ ਸ਼ਹਾਦਤਾਂ ਤੇ ਕੁਰਬਾਨੀਆਂ ਦੇ ਕਰਕੇ ਹੀ ਕਸ਼ਮੀਰ ਅੱਜ ਹਿੰਦੁਸਤਾਨ ਦਾ ਅੰਗ ਬਣਿਆ ਹੋਇਆ ਹੈ। ਨਹੀਂ ਤਾਂ ਇਹ ਸਾਰਾ ਕਸ਼ਮੀਰ ਹੀ ਪਾਕਿਸਤਾਨ ਨੂੰ ਉਸ ਵਕਤ ਚਲਾ ਜਾਣਾ ਸੀ, ਕਿਉਂਕਿ ਸਿੱਖਾਂ ਨੇ ਪਿੱਛੋਂ ਦੀ ਐਸੀਆਂ ਕੁਰਬਾਨੀਆਂ ਦੀ ਲੜੀਆਂ ਚਲਾਈਆਂ, ਸ਼ਹਾਦਤਾਂ ਦੀ ਜਾਮ ਚਲਾਈਆਂ ਕਿ ਕਬਾਲੀ ਫਿਰ ਇਹ ਸੋਚਣ ਦੇ ਮਜਬੂਰ ਹੋ ਗਏ ਕਿ ਜਿਨ੍ਹਾਂ ਨੂੰ ਅਸੀਂ 1 ਮਿੰਟ ਦੇ ਵਿੱਚ ਖਤਮ ਕਰਨ ਲਈ ਆਏ ਸਾਂ, ਇਹਨਾਂ ਨੇ ਤਾਂ ਮੁਕਾਬਲਾ ਕਰਨਾ ਵੀ ਸ਼ੁਰੂ ਕਰ ਦਿੱਤਾ। ਇਹਨਾਂ ਨੇ ਹੱਸ-ਹੱਸ ਕੇ ਸ਼ਹਾਦਤਾਂ ਦੇਣੀਆਂ ਵੀ ਪ੍ਰਵਾਨ ਕਰ ਲਈਆਂ। ਇਹਨਾਂ ਨੂੰ ਮਾਰਨਾ, ਇਹਨਾਂ ਦਾ ਖਾਤਮਾ ਕਰਨਾ ਕੋਈ ਸੁਖੇਲਾ ਕੰਮ ਨਹੀਂ ਸੀ। ਉਹਨਾਂ ਦੀ ਗੈਰਤ ਹੀ ਸੀਗੀ ਜਿਨ੍ਹਾਂ ਨੇ ਕਬਾਲੀਆਂ ਨੂੰ ਬਹੁਤ ਦਿਨਾਂ ਤੱਕ ਬਾਰਾਮੂਲਾ ਦੇ ਇਲਾਕੇ ਦੇ ਵਿੱਚ ਰੋਕ ਕੇ ਰੱਖਿਆ। ਇੱਧਰੋਂ ਸਰਕਾਰ, ਸਿਆਸੀ ਲੀਡਰ ਤੇ ਮਹਾਰਾਜਾ ਆਪਣੀ ਸਿਆਸਤ ਨੂੰ ਕਾਇਮ ਕਰਨ ਦੀ ਸੋਚ ਵਿੱਚ ਲੱਗੀ ਹੋਈ ਸੀ। ਜਦ ਹਾਲਾਤ ਹੱਥੋਂ ਬਾਹਰ ਹੋ ਗਏ ਤਾਂ ਮਹਾਰਾਜਾ ਹਰੀ ਸਿੰਘ ਨੇ ਉਸ ਸਮੇਂ ਭਾਰਤ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਕਸ਼ਮੀਰ ਦੇ ਵਿੱਚ ਭਾਰਤੀ ਫੌਜ ਭੇਜ ਕੇ ਕਸ਼ਮੀਰ ਨੂੰ ਬਚਾਇਆ ਜਾਵੇ। ਭਾਰਤ ਸਰਕਾਰ ਨੇ ਇਹ ਸ਼ਰਤ ਤੇ ਮੰਨ ਲਿਆ ਕਿ ਮਹਾਰਾਜਾ ਪਹਿਲਾਂ ਕਸ਼ਮੀਰ ਨੂੰ ਹਿੰਦੁਸਤਾਨ ਦਾ ਅੰਗ ਬਣਾਉਣ, ਜਿਸ ਲਈ ਉਹਨਾਂ ਨੂੰ ਇੰਸਟਰੂਮੈਂਟ ਆਫ ਐਸੈਸ਼ਨ ਸਾਈਨ ਕਰਨਾ ਪਵੇਗਾ। ਮਹਾਰਾਜਾ ਨੇ ਇਹ ਸ਼ਰਤ ਨੂੰ ਪ੍ਰਵਾਨ ਕਰ ਲਿਆ ਤੇ 26 ਅਕਤੂਬਰ 1947 ਨੂੰ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਕਸ਼ਮੀਰ ਦੇ ਅੰਦਰ ਦਾਖਲ ਹੋਈ। ਪਰ ਇਸ ਸਮੇਂ ਤੱਕ 40,000 ਤੋਂ ਵੀ ਵੱਧ ਸਿੰਘ ਸਿੰਘਣੀਆਂ ਦਾ ਕਤਲ ਹੋ ਚੁੱਕਿਆ ਸੀ। ਹਜ਼ਾਰਾਂ ਦੇ ਵਿੱਚ ਪਰਿਵਾਰ ਉੱਜੜ ਗਏ ਸਨ, ਘਰ-ਘਰ ਤਬਾਹ ਹੋ ਗਏ ਸਨ। ਜਿਹੜੇ ਕਸ਼ਮੀਰੀ ਸਿੰਘ ਆਪਣੀ ਨਿੱਤ ਦੀ ਕਿਰਤ ਕਰਕੇ, ਰਹਿਤ ਮਰਿਆਦਾ ਦੀ ਪਾਲਣਾ ਕਰਕੇ ਆਪਣੇ ਪਿੰਡਾਂ ਦੇ ਵਿੱਚ ਸੁੱਖ ਆਰਾਮ ਨਾਲ ਰਹਿ ਰਹੇ ਸਨ, ਉਹ ਹੁਣ ਇੱਕ ਮੁਸਾਫਰਾਂ ਵਾਂਗੂ ਸ਼੍ਰੀਨਗਰ ਜਾਂ ਹੋਰ ਇਲਾਕਿਆਂ ਦੇ ਵਿੱਚ ਘੁੰਮ ਰਹੇ ਸਨ। ਉਸ ਤੋਂ ਬਾਅਦ ਸਿੱਖ ਰੈਜੀਮੈਂਟ ਨੇ ਇੱਥੇ ਆ ਕੇ ਕਬਾਲੀ, ਜੋ ਕਿ ਨਾਰਬਲ ਤੱਕਰ ਦੇ ਇਲਾਕੇ, ਜੋ ਕਿ ਸ਼੍ਰੀਨਗਰ ਤੋਂ ਕੇਵਲ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਉੱਥੇ ਪਹੁੰਚ ਗਏ ਸਨ। ਉੱਥੋਂ ਹਟਾਇਆ ਤੇ ਅੰਤ ਦੇ ਵਿੱਚ ਕਸ਼ਮੀਰ ਫਿਰ ਜਿਹੜਾ ਹੈ ਉਹ ਭਾਰਤ ਦੇ ਨਾਲ ਮਿਲ ਗਿਆ। ਪਰ ਅਫਸੋਸ ਕਿ ਇੱਕ ਵਾਰ ਫਿਰ ਤੋਂ ਸਿੱਖ ਇਤਿਹਾਸ ਦਾ ਇੱਕ ਹੋਰ ਸੋਮਾ ਮੁਜ਼ੱਫਰਾਬਾਦ, ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ, ਉਹ ਕਸ਼ਮੀਰ ਤੋਂ ਅਲੱਗ ਹੋ ਗਿਆ। ਅੱਜ 74 ਸਾਲ ਬਾਅਦ ਵੀ ਇਹ ਸੰਤਾਪ ਦੀ ਪੀੜ ਨੂੰ ਯਾਦ ਕਰਕੇ ਕਈ ਬਜ਼ੁਰਗ ਅੱਖਾਂ ਨਮ ਹੋ ਜਾਂਦੀਆਂ ਹਨ ਤੇ ਉਹ ਅੱਜ ਵੀ ਇਸ ਦਰਦ ਨੂੰ ਆਪਣੇ ਅੰਦਰ ਸਮਾਈ ਬੈਠੇ ਹਨ। ਪਰ ਜ਼ਿਆਦਾ ਪੀੜ ਉਸ ਵਕਤ ਹੁੰਦੀ ਹੈ ਜਦੋਂ ਆਪਾਂ ਇਸ ਇਤਿਹਾਸ ਨੂੰ ਭੁਲਾ ਕੇ ਟਹਿੰਦੀ ਕਲਾ ਦੇ ਸੰਦੇਸ਼ ਨੂੰ ਅੱਗੇ ਲਿਆਉਂਦੇ ਹਾਂ। ਸਾਡੇ ਬਜ਼ੁਰਗਾਂ ਨੇ ਉਸ ਵਕਤ ਕਬਾਲੀਆਂ ਦਾ ਐਸਾ ਸਾਹਮਣਾ ਕੀਤਾ ਜਿਸ ਨਾਲ ਉਹਨਾਂ ਨੇ ਫਿਰ ਤੋਂ ਸਿੱਖੀ ਮਹਿਲ ਦੀਆਂ ਨੀਹਾਂ ਨੂੰ ਕਸ਼ਮੀਰ ਦੇ ਵਿੱਚ ਪਰਪੱਕ ਕਰ ਦਿੱਤਾ। ਕਸ਼ਮੀਰ ਦੇ ਸਿੱਖਾਂ ਤੇ ਇਹ ਪਹਿਲਾ ਹਮਲਾ ਐਸਾ ਸੀਗਾ ਜਿਸ ਨੇ ਇੱਕ ਬਹੁਤ ਵੱਡੇ ਘੱਲੂਘਾਰੇ ਦੀ ਸ਼ਕਲ ਨੂੰ ਇਖਤਿਆਰ ਕੀਤਾ। ਆਪਾਂ ਆਪਣੇ ਇਸ ਇਤਿਹਾਸ ਨੂੰ ਭੁਲਾ ਕੇ ਜੋ ਢਹਿੰਦੀ ਕਲਾ ਦੇ ਸੰਦੇਸ਼ ਨੂੰ ਦੁਨੀਆ ਸਾਹਮਣੇ ਵਿਖਾਉਂਦੇ ਹਾਂ ਤੇ ਜਿਸ ਨਾਲ ਕਸ਼ਮੀਰੀ ਸਿੱਖਾਂ ਦੀ ਉਸ ਅਣਗਹਿਲੀ ਕੁਰਬਾਨੀ ਨੂੰ ਅਸੀਂ ਜ਼ਾਇਆ ਕਰ ਰਹੇ ਹਾਂ। ਸਾਡੇ ਨੌਜਵਾਨ ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਨ ਜਿਨ੍ਹਾਂ ਨੇ ਕਸ਼ਮੀਰ ਦੀ ਇਸ ਧਰਤੀ ਦੇ ਵਿੱਚ ਮਰਨਾ ਤਾਂ ਪ੍ਰਵਾਨ ਕਰ ਲਿਆ, ਪਰ ਕਬਾਲੀਆਂ ਨਾਲ ਰਹਿ ਕੇ
ਧਰਮ ਬਦਲਣਾ ਪ੍ਰਵਾਨ ਨਹੀਂ ਕੀਤਾ। ਆ ਗੌਰਵਸ਼ਾਲੀ ਇਤਿਹਾਸ ਕਸ਼ਮੀਰ ਦੇ ਵਿੱਚ ਸਿਰਜਿਆ ਗਿਆ ਹੈ। ਹਰ ਕਿਸੇ ਸਿੱਖ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਕਸ਼ਮੀਰ ਦੇ ਸਿੱਖਾਂ ਨੂੰ ਹਮੇਸ਼ਾ ਇਸ ਇਤਿਹਾਸ ਦੇ ਨਾਲ ਜੋੜ ਕੇ ਰੱਖਣਾ ਹੈ। ਇਸ ਤੋਂ ਬਾਅਦ ਕਸ਼ਮੀਰ ਦੇ ਸਿੱਖਾਂ 'ਤੇ ਹੋਰ ਅਨੇਕਾਂ ਹਮਲੇ ਹੁੰਦੇ ਗਏ, ਸ਼ਾਇਦ ਅੱਗੇ ਵੀ ਹੁੰਦੇ ਰਹਿਣ, ਪਰ ਕਸ਼ਮੀਰ ਦੇ ਸਿੱਖ ਕਦੇ ਵੀ ਡੋਲੇ ਨਹੀਂ। ਕਸ਼ਮੀਰ ਦੇ ਸਿੱਖਾਂ ਨੇ ਹਮੇਸ਼ਾ ਆਪਣੀ ਚੜ੍ਹਦੀ ਕਲਾ ਦੇ ਸੰਦੇਸ਼ ਦੁਨੀਆ ਤੱਕ ਪਹੁੰਚਾਏ ਤੇ ਅੱਜ ਵੀ ਇਸੇ ਚੜ੍ਹਦੀ ਕਲਾ ਦੀ ਪ੍ਰਤੀਕ ਦੇ ਕਰਕੇ ਹੀ ਕਸ਼ਮੀਰ ਦੀ ਸਿੱਖੀ ਇੰਨੀ ਉੱਭਰ ਰਹੀ ਹੈ। ਲੋੜ ਹੈ ਇਸ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਈਏ ਤੇ ਇਸ ਇਤਿਹਾਸ ਤੋਂ ਸੇਧ ਲੈ ਕੇ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਇਹ ਸੰਦੇਸ਼ ਦਈਏ ਕਿ ਕਸ਼ਮੀਰ ਦੇ ਵਿੱਚ ਸਿੱਖੀ ਦਾ ਬਾਗ ਹਮੇਸ਼ਾ ਹੀ ਇਸ ਤਰ੍ਹਾਂ ਹੀ ਖਿੜਦਾ ਫਿਰਦਾ ਰਹੇਗਾ ਜਦ ਤੱਕ ਸਾਡੇ ਅੰਦਰ ਇਹ ਜ਼ਾਬਤਾ, ਇਹ ਜਜ਼ਬਾ ਤੇ ਇਹ ਕੁਰਬਾਨੀਆਂ ਦੀ ਮਿਸਾਲ ਕਾਇਮ ਹੈ। ਵਿਚਾਰਾਂ ਸਾਂਝੀ ਕਰਦੀਆਂ ਬਹੁਤ ਭੁੱਲਾਂ ਹੋਣਗੀਆਂ, ਖਿਮਾ ਕਰਨਾ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਤਦ ਤੱਕ ਲਈ ਜੇ ਇਜਾਜ਼ਤ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਜ਼ਰੂਰ ਲਾਈਕ ਕਰਨਾ, ਆਪਣੇ ਸੁਝਾਅ ਜ਼ਰੂਰ ਸਾਨੂੰ ਭੇਜੋ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਤੇ, ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰ ਸਕਦੇ ਹੋ। ਇੱਥੇ ਇੱਕ ਖਾਸ ਅਨਾਉਂਸਮੈਂਟ ਆਪ ਜੀ ਦੇ ਸਾਹਮਣੇ ਕਰਨ ਜਾ ਰਹੇ ਹਾਂ ਕਿ ਵਿਰਸਾ ਚੈਨਲ ਵੀ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਇਸ ਇਤਿਹਾਸ ਨੂੰ ਦਰਸਾਉਣ ਦਾ ਇਨੀਸ਼ੀਏਟਿਵ ਲੈ ਲਿਆ ਹੈ। ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਵੀ ਇਹ ਘੱਲੂਕਾਰਾ ਵਾਪਰਿਆ ਹੈ ਉੱਥੋਂ ਦਾ ਆਈ ਵਿਟਨੈਸ ਡਾਕੂਮੈਂਟ ਜਲਦ ਹੀ ਆਪ ਜੀ ਦੇ ਸਾਹਮਣੇ ਵਿਰਸਾ ਚੈਨਲ 'ਤੇ ਲੈ ਕੇ ਆਵਾਂਗੇ, ਪਰ ਉਹਦੇ ਲਈ ਸਭ ਤੋਂ ਵੱਡਾ ਸਹਿਯੋਗ ਆਪ ਸੰਗਤਾਂ ਦਾ ਹੈ। ਸਾਡਾ ਮਨੋਰਥ ਸੀ ਕਿ ਅਸੀਂ ਇਸੇ ਸਾਲ ਇਸ ਪ੍ਰੋਜੈਕਟ ਨੂੰ ਆਪ ਜੀ ਦੇ ਸਾਹਮਣੇ ਰੱਖੀਏ, ਪਰ ਮਾਹੌਲ ਦੀ ਅਨਿਸ਼ਚਿਤਤਾ, ਹਾਲਾਤ ਐਸੇ ਕਾਰਨ ਤੇ ਕੁਝ ਨਿੱਜੀਆਂ ਰੁਝਾਨਾਂ ਦੇ ਕਾਰਨ ਅਸੀਂ ਇਸ ਪ੍ਰੋਜੈਕਟ ਨੂੰ ਕੰਪਲੀਟ ਨਹੀਂ ਕਰ ਸਕੇ ਤੇ ਹੁਣ ਅਸੀਂ ਫਿਰ ਇਹ ਇਨੀਸ਼ੀਏਟਿਵ ਲੈਣ ਜਾ ਰਹੇ ਹਾਂ। ਇਹਦੇ ਲਈ ਆਪ ਸੰਗਤਾਂ ਪਾਸ ਵੀ ਬੇਨਤੀ ਹੈ ਕਿ ਸਾਡਾ ਵੱਧ ਤੋਂ ਵੱਧ ਇਹਦੇ ਵਿੱਚ ਸਹਿਯੋਗ ਕਰੋ ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਸਾਕਾ ਘੱਲੂਕਾਰਾ ਵਾਪਰਿਆ ਹੈ ਉਹ ਸਾਡੇ ਨਾਲ ਸੰਪਰਕ ਸਕਰੀਨ 'ਤੇ ਦਿੱਤੇ ਹੋਏ ਨੰਬਰਾਂ 'ਤੇ ਕਰ ਸਕਦੇ ਹਨ। ਇਹ ਨੰਬਰ ਆਪ ਜੀ ਨੋਟ ਕਰ ਲਵੋ। WhatsApp 'ਤੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਤਾਂ Facebook ਪੇਜ 'ਤੇ ਜਾ ਕੇ ਤੁਸੀਂ ਸਾਨੂੰ ਡਾਇਰੈਕਟ ਉੱਥੇ ਮੈਸੇਜ ਕਰ ਸਕਦੇ ਹੋ। ਸਾਡਾ Instagram ID 'ਤੇ ਜਾ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਿ ਸਾਡੇ ਪਿੰਡ ਦੇ ਵਿੱਚ ਵੀ ਇਹ ਘੱਲੂਕਾਰਾ ਵਾਪਰਿਆ ਹੈ, ਜਾਂ ਕੋਈ ਆਈ ਵਿਟਨੈਸ ਅਕਾਊਂਟ ਤੁਹਾਡੇ ਕੋਲ ਹੈਗਾ ਆ ਤੇ ਉਹ ਵੀ ਉਹਦੀ ਜਾਣਕਾਰੀ ਵੀ ਤੁਸੀਂ ਸਾਨੂੰ ਦੇ ਸਕਦੇ ਹੋ, ਜਾਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਈਮੇਲ ਵੀ ਤੁਹਾਨੂੰ ਦਿੱਤਾ ਗਿਆ ਹੈ, ਉੱਥੇ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ। ਹਰ ਜਗ੍ਹਾ ਜਾ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਹ ਜ਼ਰੂਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਜੋ ਅਸੀਂ ਇਸ ਪ੍ਰੋਜੈਕਟ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਹਮਣੇ ਰੱਖ ਸਕੀਏ ਤੇ ਆਪਣੀ ਕਸ਼ਮੀਰ ਦੀ ਇਸ ਪਰਪੱਕ ਇਤਿਹਾਸ ਨੂੰ ਦਰਸਾ ਸਕੀਏ। ਇਸੇ ਦੇ ਨਾਲ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ ਹਾਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।